ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਸਭ ਤੋਂ ਵੱਧ ਜਿਹੜਾ ਮਾਈਨਿੰਗ ਦਾ ਕੰਮ ਹੈ ਉਹ ਫਲੋਰ 'ਚ ਹੁੰਦਾ ਹੈ। ਮੇਰੀ ਇਹ ਚੁਣੌਤੀ ਹੈ ਉਹਨਾਂ ਨੂੰ ਵੀ ਇਹ ਗੱਲ ਦੱਸਣ ਕਿ 4.5 ਸਾਲ ਹੋ ਗਏ ਹੈ ਤੇ ਉਹਨਾਂ ਦਾ ਵਿਧਾਇਕ ਜਿਹੜਾ ਇੱਥੇ ਹੈ ਉਹ ਇਸ ਇਲੀਗਲ ਮਾਈਨਿੰਗ ਤੇ ਕਿਉਂ ਚੁੱਪ ਹੈ। ਮੈਨੂੰ ਕਈ ਵਾਰੀ ਅਚੰਭਾ ਵੀ ਹੁੰਦਾ ਵੀ ਇੰਨੀ ਧੁੱਪ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਥਾਂ ਥਾਂ ਤੇ ਰੇਤੇ 'ਚ ਧੱਕੇ ਖਾਂਦੇ ਫਿਰਦੇ ਆ ਕਿ ਜੋ ਰੇਤੇ ਦਾ ਕੰਮ ਹੈ 2015 ਦੇ ਵਿੱਚ ਉਹ ਈਡੀ ਦੀ ਸਟੇਟਮੈਂਟ ਹੈ ਕਿ ਰੇਤੇ ਦਾ ਕੰਮ ਸਾਰੇ ਪੰਜਾਬ ਦੇ ਵਿੱਚ ਸਰਦਾਰ ਬਿਕਰਮ ਸਿੰਘ ਮਜੀਠੀਆ ਕਰ ਰਿਹਾ ਹੈ ਤੇ ਉਹਦਾ ਜਿਹੜਾ ਇਹ ਕੰਮ ਹੈ ਇਹ ਸੰਭਾਲਦਾ ਹੈ ਐਮਐਲਏ ਰੋਜ਼ੀ ਬਰਕੰਦੀ। ਪੂਰੇ ਪੰਜਾਬ ਦਾ ਸਟੇਟਮੈਂਟ ਵੀ ਮੈਂ ਅੱਜ ਤੁਹਾਡੇ ਕੋਲੇ ਲੈ ਕੇ ਆਇਆ। ਮੈਂ ਕੋਈ ਆਪਣੇ ਵੱਲੋਂ ਇਹ ਸੈਕਸ਼ਨ ਪੀਐਮਐਲਏ ਦੇ ਸੈਕਸ਼ਨ 5 ਦੇ ਅਧੀਨ ਜਿਹੜੀ ਇਹ ਸਟੇਟਮੈਂਟ ਹੈ ਜਿਹਨੂੰ ਐਡਮਿਸਿਬਲ ਇਨ ਦੀ ਕੋਰਟ ਕਿਹਾ ਜਾਂਦਾ ਹੈ। ਚੈਲੰਜ ਕਰਦਾ ਸੁਖਬੀਰ ਜੀ ਇੱਕ ਵਾਰ ਪਬਲਿਕ ਸਟੇਟਮੈਂਟ ਦਿਓ ਕਿ ਮੈਂ ਮਾਈਨਿੰਗ ਮਾਫੀਆ ਜਿਹੜਾ ਇੱਥੇ ਕੰਮ ਕਰ ਰਿਹਾ ਉਹਨੂੰ ਠੱਲ ਪਾਉਣ ਵਾਸਤੇ ਉਹਨੂੰ ਰੋਕਣ ਵਾਸਤੇ ਮੈਂ ਮੰਗ ਕਰਦਾ ਈਡੀ ਨੂੰ ਕਿ ਬਿਕਰਮ ਮਜੀਠੀਏ ਦੀ ਤੇ ਰੋਜ਼ੀ ਬਰਕੰਦੀ ਦੀ ਸਮਨਿੰਗ ਕਰਕੇ ਇਹ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਸੁਖਬੀਰ ਜੀ ਤੁਸੀਂ ਰੇਤੇ ਦੀ ਰੇਡ ਕਰਨ ਜਾ ਰਹੇ ਹੋ ਤੇ ਬੰਦੇ ਜਿਹੜੇ ਤੁਹਾਡੇ ਨਾਲ ਹੈ ਸਭ ਬਿਕਰਮ ਸਿੰਘ ਮਜੀਠੀਆ ਜਾਂ ਇੱਕ ਹੋਰ 2-4 ਬੰਦੇ ਸੀ, ਮੈਂ ਤਾਂ ਸਾਰਿਆਂ ਨੂੰ ਜਾਣਦਾ ਕੌਣ ਕੌਣ ਕੀ ਕਰਦਾ, ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਉਹਨਾਂ ਦੇ ਕੱਪੜੇ ਤਾਂ ਹਜੇ ਤੱਕ ਰੇਤ ਨਹੀਂ ਨਿਕਲੀ। ਜਦੋਂ ਕੱਪੜੇ ਝਾੜਦੇ ਆ ਤਾਂ ਰੇਤ ਦਾ ਢੇਰ ਲੱਗ ਜਾਂਦਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਪੂਰਵ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਰੇਤ ਮਾਫੀਆ ਦੇ ਉੱਤੇ ਲਗਾਤਾਰ ਰੇਡ ਕੀਤੀ ਜਾ ਰਹੀ ਹੈ। ਇਸੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਹੈ ਦਮਨਵੀਰ ਸਿੰਘ ਫਲੌਰ। ਦਮਨਵੀਰ ਜੀ, ਪਹਿਲਾਂ ਤਾਂ ਦੈਨਿਕ ਸਵੇਰਾ 'ਚ ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਦੈਨਿਕ ਸਵੇਰਾ ਦੀ ਸਾਰੀ ਟੀਮ ਅੱਜ ਇੱਥੇ ਇਸ ਗੱਲ ਤੇ ਮੇਰੇ ਕੋਲੇ ਆਈ, ਬਹੁਤ ਬਹੁਤ ਧੰਨਵਾਦ। ਦਮਨਵੀਰ ਜੀ, ਸੁਖਬੀਰ ਬਾਦਲ ਅਤੇ ਵਿਕਰਮਜੀਤ ਸਿੰਘ ਮਜੀਠੀਆ ਲਗਾਤਾਰ ਰੇਤ ਮਾਫੀਆ ਦੇ ਉੱਤੇ ਰੇਡ ਕਰ ਰਹੇ ਹੈ, ਤੁਸੀਂ ਉਹਨੂੰ ਕਿੱਦਾਂ ਦੇਖਦੇ? ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਸਭ ਤੋਂ ਵੱਧ ਜਿਹੜਾ ਮਾਈਨਿੰਗ ਦਾ ਕੰਮ ਹੈ ਉਹ ਫਲੋਰ 'ਚ ਹੁੰਦਾ ਹੈ, ਕਿਉਂਕਿ ਫਲੋਰ ਸਤਲੁਜ ਦਰਿਆ ਬਹੁਤ ਵੱਡਾ ਲੱਗਦਾ ਹੈ। ਮੈਂ ਉਹਨਾਂ ਨੂੰ ਇਨਵਾਈਟ ਕਰਾਂਗਾ ਕਿ ਉਹ ਫਲੋਰ ਆਉਣ ਤੇ ਇਹ ਗੱਲ ਜ਼ਰੂਰ ਦੱਸਣ। ਮੇਰੀ ਇਹ ਚੁਣੌਤੀ ਹੈ ਉਹਨਾਂ ਨੂੰ ਵੀ ਇਹ ਗੱਲ ਦੱਸਣ ਕਿ 4.5 ਸਾਲ ਹੋ ਗਏ ਹੈ ਤੇ ਉਹਨਾਂ ਦਾ ਵਿਧਾਇਕ ਜਿਹੜਾ ਇੱਥੇ ਹੈ ਉਹ ਇਸ ਇਲੀਗਲ ਮਾਈਨਿੰਗ ਤੇ ਕਿਉਂ ਚੁੱਪ ਹੈ। ਕੀ ਗੱਲ, ਕਿਉਂ ਨਹੀਂ ਬੋਲ ਰਿਹਾ? ਪੂਰਾ ਅਕਾਲੀ ਦਲ ਦੀ ਇੱਥੇ ਟੀਮ ਹੈ, ਬਾਦਲ ਦਲ ਦੀ, ਉਹਨਾਂ ਦੀ, ਉਹ ਕਿਉਂ ਚੁੱਪ ਹੈ? ਉਹਦਾ ਕਾਰਨ ਕੀ ਹੈ? ਸਭ ਤੋਂ ਪਹਿਲਾਂ ਤਾਂ ਮੇਰਾ ਕੁਐਸਚਨ ਉਹਨਾਂ ਨੂੰ ਓਪਨ ਕੁਐਸਚਨ ਹੈ ਮੇਰਾ ਤੁਹਾਡੇ ਜ਼ਰੀਏ ਕਿ ਪਹਿਲੀ ਗੱਲ ਤਾਂ ਮੈਂ ਉਹਨਾਂ ਨੂੰ ਇਨਵਾਈਟ ਕਰਦਾ ਇੱਥੇ ਫਲੋਰ ਆਉਣ ਤੇ ਬਾਂਹ ਖੜੀ ਕਰਕੇ ਦੱਸਣ ਕਿ ਉਹਨਾਂ ਦਾ ਵਿਧਾਇਕ ਇਸ ਮਾਈਨਿੰਗ ਮਾਫੀਏ ਤੋਂ ਰੋਜ਼ ਕਿੰਨੀਆਂ ਟਰਾਲੀਆਂ ਜਾਂ ਟਿੱਪਰ ਭਰਾ ਰਿਹਾ। ਜੇ ਉਹ ਨਹੀਂ ਦੱਸ ਸਕਦੇ ਤਾਂ ਅਸੀਂ ਸਬੂਤ ਦੇਵਾਂਗੇ। ਸੋ ਮੈਂ ਉਹਨਾਂ ਨੂੰ ਇੱਥੇ ਇਨਵਾਈਟ ਕਰਦਾ। ਸੁਖਬੀਰ ਬਾਦਲ ਜਦੋਂ ਰੇਡ ਕਰਨ ਪਹੁੰਚਦੇ ਆ ਆਪਣੇ ਪੇਜ ਤੇ ਲਾਈਵ ਹੋ ਜਾਂਦੇ ਆ, ਤੁਹਾਨੂੰ ਕੀ ਲੱਗਦਾ ਇਹ ਪਬਲਿਕ ਸਟੰਟ ਹੈ? ਦੇਖੋ, ਜਿਹੜਾ ਰੇਤ ਦਾ ਮੁੱਦਾ ਹੈ ਇਹ ਬਹੁਤ ਵੱਡਾ ਮੁੱਦਾ ਹੈ। ਮੈਨੂੰ ਕਈ ਵਾਰੀ ਅਚੰਭਾ ਵੀ ਹੁੰਦਾ ਵੀ ਇੰਨੀ ਧੁੱਪ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਥਾਂ ਥਾਂ ਤੇ ਰੇਤੇ 'ਚ ਧੱਕੇ ਖਾਂਦੇ ਫਿਰਦੇ ਆ। ਜੇ ਉਹ ਸੱਚੀ ਚਾਹੁੰਦੇ ਆ, ਜੇ ਉਹ ਸੱਚੀ ਅਸਲ 'ਚ ਚਾਹੁੰਦੇ ਆ ਵੀ ਇਹ ਰੇਤੇ ਦੇ ਜਿਹੜਾ ਇਲੀਗਲ ਦਾ ਰੇਤੇ ਦਾ ਕੰਮ ਹੈ ਇਹਨੂੰ ਨੱਥ ਪਾਈ ਜਾਵੇ, ਤਾਂ ਮੈਂ ਉਹਨਾਂ ਦਾ ਧਿਆਨ 2015 ਦੀ ਈਡੀ ਦੇ ਵਿੱਚ ਸਟੇਟਮੈਂਟ ਹੈ ਬਿੱਟੂ ਔਲਖ ਦੀ, ਉਹਦੇ ਵੱਲ ਦਿਵਾਉਣਾ ਚਾਹੁੰਦਾ, ਜਿਹਦੇ ਵਿੱਚ ਬਿੱਟੂ ਔਲਖ ਨੇ ਸਟੇਟਮੈਂਟ ਦਰਜ ਕਰਾਈ ਈਡੀ ਅਫਸਰ ਦੇ ਕੋਲ ਕਿ ਜੋ ਰੇਤੇ ਦਾ ਕੰਮ ਹੈ 2015 ਦੇ ਵਿੱਚ ਉਹ ਈਡੀ ਦੀ ਸਟੇਟਮੈਂਟ ਹੈ ਕਿ ਰੇਤੇ ਦਾ ਕੰਮ ਸਾਰੇ ਪੰਜਾਬ ਦੇ ਵਿੱਚ ਸਰਦਾਰ ਬਿਕਰਮ ਸਿੰਘ ਮਜੀਠੀਆ ਕਰ ਰਿਹਾ ਹੈ ਤੇ ਉਹਦਾ ਜਿਹੜਾ ਇਹ ਕੰਮ ਹੈ ਇਹ ਸੰਭਾਲਦਾ ਹੈ ਐਮਐਲਏ ਰੋਜ਼ੀ ਬਰਕੰਦੀ। ਪੂਰੇ ਪੰਜਾਬ ਦਾ ਸਟੇਟਮੈਂਟ ਵੀ ਮੈਂ ਅੱਜ ਤੁਹਾਡੇ ਕੋਲੇ ਲੈ ਕੇ ਆਇਆ। ਮੈਂ ਕੋਈ ਆਪਣੇ ਵੱਲੋਂ ਇਹ ਸੈਕਸ਼ਨ ਪੀਐਮਐਲਏ ਦੇ ਸੈਕਸ਼ਨ 5 ਦੇ ਅਧੀਨ ਜਿਹੜੀ ਇਹ ਸਟੇਟਮੈਂਟ ਹੈ ਜਿਹਨੂੰ ਐਡਮਿਸਿਬਲ ਇਨ ਦੀ ਕੋਰਟ ਕਿਹਾ ਜਾਂਦਾ ਹੈ 2015 ਦੀ। ਤੇ ਜੇ ਉਹ ਬਿਲਕੁਲ ਇਸ ਕੰਮ ਨੂੰ ਜੜੋਂ ਖਤਮ ਕਰਨਾ ਚਾਹੁੰਦੇ ਆ ਤੇ ਮੈਂ ਤੁਹਾਡੇ ਚੈਨਲ ਦੇ ਰਾਹੀਂ ਚੈਲੰਜ ਕਰਦਾ ਸੁਖਬੀਰ ਜੀ ਇੱਕ ਵਾਰ ਪਬਲਿਕ ਸਟੇਟਮੈਂਟ ਦਿਓ ਕਿ ਮੈਂ
ਮਾਈਨਿੰਗ ਮਾਫੀਆ ਜਿਹੜਾ ਇੱਥੇ ਕੰਮ ਕਰ ਰਿਹਾ ਉਹਨੂੰ ਠੱਲ ਪਾਉਣ ਵਾਸਤੇ, ਉਹਨੂੰ ਰੋਕਣ ਵਾਸਤੇ ਮੈਂ ਮੰਗ ਕਰਦਾ ਈਡੀ ਨੂੰ ਕਿ ਵਿਕਰਮ ਮਜੀਠੀਏ ਦੀ ਤੇ ਰੋਜ਼ੀ ਬਰਕੰਦੀ ਦੀ ਸਮਨਿੰਗ ਕਰਕੇ ਇਹ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਫਿਰ ਮੰਨਾਂਗੇ ਤੁਸੀਂ ਅਸਲ ਦੇ ਵਿੱਚ ਜਿਹੜਾ ਇਲੀਗਲ ਮਾਈਨਿੰਗ ਨੂੰ ਨੱਥ ਪਾਉਣਾ ਚਾਹੁੰਦੇ ਹੋ, ਨਹੀਂ ਤਾਂ ਇਹ ਸਾਰੇ ਡਰਾਮੇ ਹੈ। ਜਿਹੜੀ ਤੁਸੀਂ ਸਟੇਟਮੈਂਟ ਦਿਖਾ ਰਹੇ ਹੋ, ਇੱਕ ਵਾਰੀ ਜਿਹੜੇ ਸਾਡੇ ਦਰਸ਼ਕ ਤੁਹਾਨੂੰ ਦੇਖ ਰਹੇ ਆ ਉਹਨਾਂ ਨੂੰ ਪੜ੍ਹ ਕੇ ਵੀ ਦਿਖਾ ਦਿਓ, ਔਰ ਮੈਂ ਆਪਣੇ ਕੈਮਰਾਮੈਨ ਨੂੰ ਵੀ ਕਹਾਂਗਾ ਕਿ ਉਹ ਸਟੇਟਮੈਂਟ ਦਿਖਾਵੇ, ਤੁਸੀਂ ਪੜ੍ਹ ਕੇ ਦਿਖਾ ਦਿਓ। ਮੈਂ ਇੱਕੋ ਹੀ ਕੁਐਸਚਨ ਪੜਾਂਗਾ ਕਿਉਂਕਿ ਸਟੇਟਮੈਂਟ ਬਹੁਤ ਲੰਬੀ ਹੈ। What is the business of Bikram Majitia, and also state who are his business associates and closest persons? ਇਹ ਈਡੀ ਦੇ ਆਈਓ ਨੇ ਇਹ ਸਵਾਲ ਪੁੱਛਿਆ ਤੇ ਇਸ ਸਵਾਲ ਦੇ ਜਵਾਬ ਦੇ ਵਿੱਚ ਬਿੱਟੂ ਔਲਖ ਲਿਖਦੇ ਨੇ ਕਿ he is running a distillery in UP which is called as Sraya Industries and also having agriculture land in Gorakhpur UP. Apart from this, he is also involved in sand mining in the state of Punjab. His trusted man for sand mining is Kawarjeet Singh Rozi Barkandi of Muksar. ਤੇ ਮੈਂ ਹੈਰਾਨ ਹੈ ਵੀ ਅੱਜ ਤੱਕ ਇਸ ਸਟੇਟਮੈਂਟ ਬਾਰੇ ਨਾ ਕਦੇ ਸੁਖਬੀਰ ਜੀ ਨੇ ਜ਼ਿਕਰ ਕੀਤਾ, ਨਾ ਕਦੇ ਸਾਹਿਬ ਬਿਕਰਮ ਸਿੰਘ ਮਜੀਠੀਆ ਨੇ ਜ਼ਿਕਰ ਕੀਤਾ, ਤੇ ਅੱਜ ਜੋ ਡਰਾਮੇ ਹੋ ਰਹੇ ਆ ਲੋਕਾਂ ਦੀਆਂ ਅੱਖਾਂ ਦੇ ਵਿੱਚ ਜਿਹੜਾ ਆ ਕੱਟਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੇ ਲੋਕ ਕਦੇ ਉਸ ਗੱਲ ਨੂੰ ਅਸੈਪਟ ਨਹੀਂ ਕਰਨਗੇ। ਸੁਖਬੀਰ ਬਾਦਲ ਦੇ ਨਾਲ ਉਹਨਾਂ ਦੇ ਸਾਲੇ ਵਿਕਰਮ ਸਿੰਘ ਮਜੀਠੀਆ ਵੀ ਹੁੰਦੇ। ਕੱਲ ਉਹਨਾਂ ਵੱਲੋਂ ਇਹ ਕਿਹਾ ਗਿਆ ਜਿੱਥੇ ਅਸੀਂ ਮਾਈਨਿੰਗ ਦੇ ਉੱਤੇ ਰੇਡ ਕਰਨੀ ਹੁੰਦੀ ਉਹ ਜਗ੍ਹਾ ਦਾ ਸਾਡੇ ਡਰਾਈਵਰਾਂ ਨੂੰ ਨਹੀਂ ਪਤਾ ਹੁੰਦਾ, ਫਿਰ ਵੀ ਸਾਡੇ ਰੇਡ ਕਰਨ ਤੋਂ ਪਹਿਲਾਂ ਜਿਹੜੇ ਉੱਥੇ ਲੋਕ ਮਾਈਨਿੰਗ ਕਰ ਰਹੇ ਆ ਉੱਥੋਂ ਭੱਜ ਜਾਂਦੇ ਆ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਮੈਂ ਤਾਂ ਹੈਰਾਨ ਹੈ ਸੁਖਬੀਰ ਜੀ, ਤੁਸੀਂ ਰੇਤੇ ਦੀ ਰੇਡ ਕਰਨ ਜਾ ਰਹੇ ਹੋ ਤੇ ਬੰਦੇ ਜਿਹੜੇ ਤੁਹਾਡੇ ਨਾਲ ਹੈ ਸਭ ਬਿਕਰਮ ਸਿੰਘ ਮਜੀਠੀਆ ਜਾਂ ਇੱਕ ਹੋਰ 2-4 ਬੰਦੇ ਸੀ, ਮੈਂ ਤਾਂ ਸਾਰਿਆਂ ਨੂੰ ਜਾਣਦਾ ਕੌਣ ਕੌਣ ਕੀ ਕਰਦਾ, ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਉਹਨਾਂ ਦੇ ਕੱਪੜੇ ਤਾਂ ਹਜੇ ਤੱਕ ਰੇਤ ਨਹੀਂ ਨਿਕਲੀ, ਜਦੋਂ ਕੱਪੜੇ ਝਾੜਦੇ ਆ ਤਾਂ ਰੇਤ ਦਾ ਢੇਰ ਲੱਗ ਜਾਂਦਾ। ਐਸੇ ਹਾਲਾਤ ਨੇ ਕਿ ਵਾਸ਼ਿੰਗ ਮਸ਼ੀਨ ਜਿਹੜੀਆਂ ਕੰਪਨੀਆਂ ਬਣਾਉਂਦੀਆਂ ਉਹਨਾਂ ਨੂੰ ਵਾਸ਼ਿੰਗ ਮਸ਼ੀਨ ਨਹੀਂ ਦਿੰਦੀ ਕਿ ਉਹ ਹਰ ਹਫਤੇ ਕੱਪੜੇ ਧੋਂਦੇ ਆ ਤਾਂ ਰੇਤੇ ਨਾਲ ਬਲੌਕ ਹੋ ਕੇ ਵਾਸ਼ਿੰਗ ਮਸ਼ੀਨ ਸੜ ਜਾਂਦੀ ਹੈ, ਤੇ ਤੁਸੀਂ ਉਹਨਾਂ ਨੂੰ ਰੋਲ ਮਾਡਲ ਬਣਾ ਕੇ ਅੱਗੇ ਅੱਗੇ ਤੋਰਿਆ ਹੋਇਆ। ਇਹ ਤਾਂ ਲੋਕ ਸਾਰਾ ਪੰਜਾਬ ਜਾਣਦਾ ਹੈ ਵੀ ਇਹ ਇਨਵੈਂਟਰ ਕੌਣ ਹੈ। ਇਸ ਕੰਮ ਦੇ ਇਨਵੈਂਟਰਾਂ ਨੂੰ ਤੁਸੀਂ ਕਹਿ ਰਹੇ ਹੋ ਜਿਨ੍ਹਾਂ ਨੇ ਇਲੀਗਲ ਮਾਈਨਿੰਗ ਨੂੰ ਇਨਵੈਂਟ ਕੀਤਾ ਪੰਜਾਬ ਦੇ ਵਿੱਚ, ਤੁਸੀਂ ਉਹਨਾਂ ਨੂੰ ਐਜ਼ ਆ ਰੋਲ ਮਾਡਲ ਬਣਾ ਕੇ ਨਾਲ ਨਾਲ ਤੋਰੀ ਫਿਰਦੇ ਹੋ। ਤੇ ਉਹਨਾਂ ਦਾ ਕੁਝ ਕਹਿਣਾ ਨਾ ਕਹਿਣਾ ਪੰਜਾਬ ਸਾਰਾ ਜਾਣਦਾ, ਉਹਨਾਂ ਦੇ ਹਜੇ ਵੀ ਕੱਪੜਿਆਂ ਦੇ ਵਿੱਚ ਰੇਤ ਫਸੀ ਹੋਈ ਹੈ, ਉਹ ਉਹਨਾਂ ਦੀ ਗੱਲ ਦਾ ਕੋਈ ਇੰਪੈਕਟ ਨਹੀਂ, ਉਹ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ। ਸੁਖਬੀਰ ਬਾਦਲ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਵੀ ਅਧਿਕਾਰੀ ਮਾਈਨਿੰਗ ਦੇ ਵਿੱਚ ਜੁੜੇ ਪਏ ਆ, ਜਦੋਂ ਸਾਡੀ ਸਰਕਾਰ ਆ ਗਈ ਤਾਂ ਅਸੀਂ ਉਹਨਾਂ ਤੇ ਬਾਈ ਨੇਮ ਪਰਚੇ ਦੇਵਾਂਗੇ। ਇਸ ਬਾਰੇ ਤੁਹਾਡਾ ਕੀ ਕਹਿਣਾ? ਪਹਿਲੀ ਗੱਲ ਤਾਂ ਇਹ ਸਰਕਾਰ ਨਾਮੁਮਕਿਨ ਹੈ ਜਿਹੜੀ ਉਹ ਗੱਲ ਕਰਦੇ ਆ, ਇਹ ਸਰਕਾਰ ਹੀ ਨਹੀਂ ਆਉਣੀ। ਤੇ ਜਿਹੜੇ ਪਰਚੇ ਦੇਣ ਵਾਲੀ ਗੱਲ ਹੈ ਜਾਂ ਕਿਸੇ ਤੇ ਦੇਣਾ ਜਾਂ ਨਹੀਂ ਦੇਣਾ, ਤੇ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਆਖਿਆ ਵੀ ਤੁਸੀਂ ਬਾਅਦ ਦੀ ਗੱਲ ਹੈ, ਤੁਸੀਂ ਇਸੇ ਦੀ ਸਟੇਟਮੈਂਟ ਦੇ ਦਿਓ, ਇੱਕ ਖੁੱਲ੍ਹ ਕੇ ਪਬਲਿਕਲੀ ਸਟੇਟਮੈਂਟ ਦਿਓ ਵੀ ਆਹ ਈਡੀ ਦੀ ਜਾਂਚ ਹੀ ਮੈਂ ਇਹਨਾਂ ਦੋਨਾਂ ਦੀ ਸਮਨਿੰਗ ਕਰਾ ਕੇ ਇਨਵੈਸਟੀਗੇਸ਼ਨ ਸ਼ੁਰੂ ਕਰਾਉਣਾ ਚਾਹੁੰਦਾ। ਸਾਰਾ ਪੰਜਾਬ ਮੰਨ ਲੂਗਾ ਵੀ ਵਾਕਈ ਤੁਸੀਂ ਸੀਰੀਅਸ ਹੋ ਇਸ ਇਸ਼ੂ ਤੇ, ਰੇਤੇ ਦੇ ਇਸ ਇਸ਼ੂ ਤੇ ਤੁਸੀਂ ਸੀਰੀਅਸ ਹੋ, ਸਾਰਾ ਪੰਜਾਬ ਮੰਨ ਲਏਗਾ। ਇੱਕ ਸਟੇਟਮੈਂਟ ਦੇ ਦਿਓ, ਨਹੀਂ ਤਾਂ ਜੋ ਇਹ ਡਰਾਮਾ ਹੈ ਇਹਨੂੰ ਇੱਕ ਡਰਾਮਾ ਹੀ ਮਹਿਜ ਮੰਨ ਰਿਹਾ ਪੰਜਾਬ। ਇਹ ਤੁਹਾਨੂੰ ਇਹਦਾ ਜਿਹੜਾ ਇਫੈਕਟ ਹੈ ਜਾਂ ਇੰਪੈਕਟ ਹੈ ਜਿਹੜਾ ਤੁਸੀਂ ਪੋਜ਼ੀਟਿਵ ਲਿਆਉਣਾ ਦਿਖਾਉਣਾ ਸ਼ੋਅ ਕਰ ਰਹੇ ਹੋ, ਇਹਦੇ ਵਿੱਚੋਂ ਕੁਛ ਨਹੀਂ ਲੱਭਣਾ, ਨਾ ਇਹ ਲੋਕਾਂ ਦੇ ਮਨ 'ਚ ਤੁਹਾਡੀ ਜਿਹੜੀ ਆ ਉਹ ਜਿਹੜੀ ਇਮੇਜ ਆ ਉਹ ਸੁਧਰਨੀ ਹੈ। ਸੁਖਬੀਰ ਬਾਦਲ ਔਰ ਵਿਕਰਮ ਸਿੰਘ ਮਜੀਠੀਆ ਲਗਾਤਾਰ ਮਾਈਨਿੰਗ ਦੀ ਜਗ੍ਹਾ ਤੇ ਰੇਡ ਕਰ ਰਹੇ ਆ, ਤੁਹਾਨੂੰ ਕੀ ਲੱਗਦਾ ਅਕਾਲੀ ਦਲ ਤੇ ਬੀਐਸਪੀ ਨੂੰ ਇਹਦਾ ਕੋਈ ਫਾਇਦਾ ਪਹੁੰਚੇਗਾ? ਦੇਖੋ, ਜਿਹੜਾ ਅਕਾਲੀ ਦਲ ਬਸਪਾ ਦਾ ਜਿਹੜਾ ਪਿੱਛੇ ਗੱਠਜੋੜ ਹੋਇਆ ਉਹਦੇ ਤੇ ਜੇ ਮੈਂ ਗੱਲ ਕਰਾਂ, ਮੈਂ ਤੁਹਾਡੇ ਨਾਲ ਪਹਿਲਾਂ ਵੀ ਇੰਟਰਵਿਊ ਕੀਤੀ ਸੀ, ਸ਼ਾਇਦ ਤੁਹਾਨੂੰ ਯਾਦ ਹੋਣਾ ਵੀ ਇੱਕ ਤਰ੍ਹਾਂ ਦਾ ਸਮਝੌਤਾ ਨਹੀਂ, ਇਹ ਸੌਦਾ ਹੈ, ਸੌਦਾ ਇਸ ਗੱਲ ਦਾ। ਸੋ ਇਸ ਕਰਕੇ ਪਹਿਲੀ ਗੱਲ ਤਾਂ ਇਹ ਸਮਝੌਤਾ ਹੀ, ਇਹਦੇ ਉੱਤੇ ਬਹੁਤ ਵੱਡੇ ਕੁਐਸਚਨਸ ਖੜੇ ਨੇ। ਪਰ ਜਿਹੜਾ ਤੁਸੀਂ ਸਵਾਲ ਕੀਤਾ ਵੀ ਆਉਣ ਵਾਲੀਆਂ ਇਲੈਕਸ਼ਨਾਂ 'ਚ ਇਹਦਾ ਕੋਈ ਇੰਪੈਕਟ ਪਏਗਾ, ਬਾਦਲ ਕੋਈ ਵੀ ਮਸਲਾ ਚੱਕ ਲੈਣ, ਉਹਨਾਂ ਨੂੰ ਉਸ ਮਸਲੇ ਦੇ ਉਹਨਾਂ ਦੇ ਉੱਪਰ ਹੀ ਦਾਗ ਲੱਗ ਜਾਂਦਾ। ਚਾਹੇ ਉਹ ਡਰੱਗਸ ਦਾ ਮਸਲਾ ਚੱਕ ਲੈਣ, ਚਾਹੇ ਉਹ ਮਾਈਨਿੰਗ ਦਾ ਮਸਲਾ ਚੱਕ ਲੈਣ ਤਾਂ ਬਿਕਰਮ ਮਜੀਠੀਆ ਰੋਜ਼ੀ ਬਰਕੰਦੀ ਅੱਗੇ ਆ ਜਾਂਦੇ ਆ, ਕੇਬਲ ਦਾ ਮਸਲਾ ਚੱਕਦੇ ਆ ਤਾਂ ਇੰਡਸਟਰੀ ਦਾ ਮਸਲਾ ਚੱਕਦੇ ਤਾਂ ਫਾਸਟਵੇ ਆ ਜਾਂਦਾ, ਰੋਜ਼ਗਾਰ ਦਾ ਮਸਲਾ ਚੱਕਦੇ ਆ ਤਾਂ ਉਹਨਾਂ ਦੀ ਟਰਾਂਸਪੋਰਟ ਆਪਣੀ ਅੱਗੇ ਆ ਜਾਂਦੀ ਹੈ। ਸੋ ਕੋਈ ਮਸਲਾ ਚੱਕਦੇ ਆ ਤਾਂ ਉਹਨਾਂ ਨੂੰ ਜਿਹੜਾ ਉਹਨਾਂ ਦਾ ਜਿਹੜਾ ਕਾਨੂੰਨ ਉਹ
ਆਪਦੇ ਕੰਮ ਕੀਤੇ ਆ ਉਹੀ ਅੱਗੇ ਆ ਜਾਂਦੇ ਆ, ਜਿਹੜਾ ਕਿ ਉਹਨਾਂ ਨੂੰ ਕਦੇ ਕੋਈ ਫਾਇਦਾ ਨਹੀਂ ਮਿਲੇਗਾ। ਅੱਜ ਕੱਲ ਬੀਐਸਪੀ ਦੇ ਨੇਤਾ ਗੱਠਜੋੜ ਜਿਹੜਾ ਹੋਇਆ ਉਸ ਸਮਝੌਤੇ ਨੂੰ ਲੈ ਕੇ ਕਾਫੀ ਆਵਾਜ਼ ਉਠਾ ਰਹੇ ਹੈ, ਇਸ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਬੜੀ ਗੱਲ ਤੁਹਾਡੀ ਸਹੀ ਹੈ ਕਿ ਬਸਪਾ ਦੇ ਜੋ ਨੇਤਾ ਸੀ, ਕੁਝ ਬਸਪਾ ਤੇ ਅਕਾਲੀ ਦਲ ਦਾ ਸਮਝੌਤਾ ਹੋ ਗਿਆ, ਬਟ ਜਿਹੜੇ ਕੁਝ ਸਾਥੀ ਸੀ, ਜਿਹੜੇ ਮਿਸ਼ਨਰੀ ਸਾਥੀ ਸੀ, ਉਹ ਅੱਜ ਆਪਣੀ ਆਵਾਜ਼ ਉਠਾ ਰਹੇ ਆ ਵੀ ਇਸ ਸਮਝੌਤੇ ਨੂੰ ਰਿਵਿਊ ਕੀਤਾ ਜਾਵੇ। ਦੇਖੋ, ਤੁਸੀਂ ਕੋਈ ਵੀ ਚੀਜ਼ ਖਰੀਦ ਸਕਦੇ ਆ, ਬਟ ਮੈਂ ਇਹ ਗੱਲ ਬਹੁਤ ਵੱਡੀ ਤੁਹਾਡੇ ਚੈਨਲ ਦੇ ਰਾਹੀਂ ਕਹਿ ਸਕਦਾ ਔਰ ਕਹਿਣਾ ਵੀ ਚਾਹਾਂਗਾ ਵੀ ਸੁਖਬੀਰ ਸਿੰਘ ਬਾਦਲ ਸਾਹਿਬ, ਤੁਸੀਂ ਕੋਈ ਵੀ ਮੁੱਲ ਲਾ ਦਿਓ, ਤੁਸੀਂ ਅੰਬੇਡਕਰ ਸਾਹਿਬ ਦੀ ਤੇ ਸਾਹਿਬ ਕਾਂਸ਼ੀ ਰਾਮ ਜੀ ਦੀ ਜਿਹੜੀ ਸੋਚ ਹੈ, ਜਿਹੜਾ ਮਿਸ਼ਨ ਆ, ਉਹਨੂੰ ਕਿਸੇ ਪੈਸੇ ਨਾਲ ਖਰੀਦ ਨਹੀਂ ਪਾਓਗੇ। ਤੁਸੀਂ ਕੋਈ ਸਮਝੌਤਾ ਕਰ ਲਓ। ਅੱਜ ਕੱਲ੍ਹ ਜਿਹੜੇ ਲੋਕ ਹੈ, ਸਾਡੇ ਨੌਜਵਾਨ ਪੜ੍ਹੇ ਲਿਖੇ ਆ, ਅੰਬੇਡਕਰ ਸਾਹਿਬ ਨੂੰ ਪੜ੍ਹਦੇ ਆ, ਸਾਹਿਬ ਕਾਂਸ਼ੀ ਰਾਮ ਨੂੰ ਪੜ੍ਹਦੇ ਆ। ਕੋਈ ਚਿੰਨ੍ਹ ਲੈਣ ਨਾਲ, ਕੋਈ ਸਮਝੌਤਾ ਕਰਨਾ, ਕੋਈ ਸੌਦਾ ਕਰਨ ਨਾਲ ਤੁਸੀਂ ਉਹ ਸੋਚ ਜਿਹੜੀ ਉਹਨਾਂ ਦੀ ਹੈ, ਮਿਸ਼ਨਰੀ ਸੋਚ ਹੈ, ਉਹਨੂੰ ਤੁਸੀਂ ਖਰੀਦ ਨਹੀਂ ਪਾਓਗੇ। ਤੇ ਇਹਦਾ ਲਾਭ ਤੁਹਾਨੂੰ, ਮੈਨੂੰ ਨਹੀਂ ਲੱਗਦਾ, ਦੁਆਬੇ ਦੇ ਵਿੱਚ ਖਾਸ ਕਰਕੇ ਕੋਈ ਮਿਲੇਗਾ। ਹਾਂ, ਜੋ ਜਿਹੜੇ ਲੀਡਰ ਸਾਹਿਬਾਨ ਬਸਪਾ ਦੇ ਨਾਲ ਨਾਰਾਜ਼ ਚੱਲ ਰਹੇ ਆ, ਉਹਨਾਂ ਦਾ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕਿੱਧਰ ਨੂੰ ਜਾਂਦੇ ਆ, ਕੀ ਰੁਝਾਨ ਹੈ, ਇਹ ਵਕਤ ਦੱਸੇਗਾ। ਮੇਰਾ ਲਾਸਟ ਕੁਐਸਚਨ ਹੈ, ਅੱਜ ਕੱਲ ਸੁਖਬੀਰ ਬਾਦਲ ਵੀ ਜਿਹੜੇ ਪਾਰਟੀ ਤੋਂ ਨਾਰਾਜ਼ ਚੱਲ ਰਹੇ ਆ, ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ 'ਚ ਲੱਗੇ ਹੋਏ ਆ, ਕਿਆ ਉਹ ਪਾਰਟੀ ਦੇ ਵਿੱਚ ਵਾਪਸ ਆਣਗੇ? ਉਹਨੂੰ ਕੋਈ ਫਾਇਦਾ ਹੋਏਗਾ? ਡੁੱਬਦੀ ਬੇੜੀ ਦੇ ਵਿੱਚ ਕੋਈ ਨਹੀਂ ਆਉਣਾ ਚਾਹੁੰਦਾ, ਇਸ ਵੇਲੇ ਬੇੜੀ ਡੁੱਬਦੀ ਹੈ। ਅਕਾਲੀ ਦਲ ਬਹੁਤ ਪੁਰਾਣੀ ਪਾਰਟੀ ਹੈ, ਬੜੇ ਕੁਰਬਾਨੀਆਂ 'ਚੋਂ ਨਿਕਲੀ ਹੋਈ, ਸ਼ਹਾਦਤਾਂ 'ਚੋਂ ਨਿਕਲੀ ਹੋਈ ਪਾਰਟੀ ਹੈ। ਬਹੁਤ ਵੱਡਾ ਇਤਿਹਾਸ ਹੈ ਅਕਾਲੀ ਦਲ ਦਾ। ਜੇ ਅਸਲ ਅਕਾਲੀ ਦਲ, ਜੇ ਪੰਜਾਬੀਆਂ ਦੀ ਮਾਂ ਪਾਰਟੀ ਹੈ, ਤਾਂ ਉਹ ਅਕਾਲੀ ਦਲ ਹੈ। ਹਰ ਨੇਤਾ ਜਾਂ ਕੋਈ ਜਿਹੜਾ ਵਸਨੀਕ ਹੈ ਪੰਜਾਬ ਦਾ, ਉਹ ਪਹਿਲੀ ਪਾਰਟੀ ਆਪਣੀ ਆਪ ਨੂੰ ਅਕਾਲੀ ਦਲ ਦੀ ਪਾਰਟੀ ਸਮਝਦਾ ਸੀ। ਪਰ ਇਹਨਾਂ ਨੇ ਸਾਰੇ ਸਿਧਾਂਤ, ਸਾਰੀ ਆਈਡੀਓਲੋਜੀ, ਹਰ ਚੀਜ਼ ਤਹਿਸ ਨਹਿਸ ਕਰ ਦਿੱਤੀ ਤੇ ਸਿਰਫ ਮੈਂ ਆਪਣੇ ਆਪ ਨੂੰ ਵੱਡਾ ਕਰਨ ਦੀ ਕੋਸ਼ਿਸ਼ ਕਰਨ ਲਈ ਸਾਰੇ ਸਿਧਾਂਤ ਜਿਹੜੇ ਸੀ ਅਕਾਲੀ ਦਲ ਦੇ, ਉਹ ਛਿੱਕੇ ਟੰਗ ਦਿੱਤੇ। ਤੇ ਜੋ SGPC ਦਾ ਸਾਡਾ ਬਹੁਤ ਵੱਡਾ ਅਦਾਰਾ ਸੀ, ਜੋ ਉਹ ਕੰਮ ਕਰਨੇ ਚਾਹੀਦੇ ਸੀ ਰਿਲੀਜੀਅਸ, ਜਿਹੜੀਆਂ ਰਿਲੀਜੀਅਸ ਉਸ ਦੇ ਉੱਤੇ, ਉਹ ਵੀ ਨਹੀਂ ਕੀਤੇ। ਹਰ ਚੀਜ਼ ਜਿਹੜੀ ਹੈ ਉਹ ਇਹਨਾਂ ਨੇ ਬੇਕਾਰ ਕਰਕੇ ਰੱਖ ਦਿੱਤੀ। ਸੋ ਮੈਨੂੰ ਨਹੀਂ ਲੱਗਦਾ ਕਿ ਬਾਦਲਾਂ ਨਾਲ, ਇਹ ਨਹੀਂ ਮੈਂ ਕਹਿ ਸਕਦਾ ਵੀ ਅਕਾਲੀ ਦਲ ਕਦੇ ਖਤਮ ਹੋ ਜਾਏਗਾ, ਅਕਾਲੀ ਦਲ ਨਹੀਂ ਹੋ ਸਕਦਾ ਖਤਮ, ਪਰ ਬਾਦਲਾਂ ਨਾਲ ਕੋਈ ਨਹੀਂ ਜਾਣਾ ਚਾਹੇਗਾ। ਤੇ ਇਹ ਡੁੱਬਦੀ ਬੇੜੀ ਦੇ ਵਿੱਚ ਇਸ ਵਕਤ ਕੋਈ ਸਵਾਰ ਨਹੀਂ ਹੋਏਗਾ ਜਦੋਂ ਤੱਕ ਬਾਦਲ ਇਹਨੂੰ ਲੀਡ ਕਰ ਰਹੇ ਹਨ। ਇਹ ਸੀ ਦਮਨਵੀਰ ਸਿੰਘ ਫਲੌਰ, ਜਿਨ੍ਹਾਂ ਨੇ ਸੁਖਬੀਰ ਬਾਦਲ ਨੂੰ ਖੁੱਲ੍ਹਾ ਚੈਲੰਜ ਦਿੱਤਾ ਕਿ ਉਹ ਫਲੌਰ ਦੇ ਵਿੱਚ ਆਉਣ ਔਰ ਇੱਥੇ ਆ ਕੇ ਮਾਈਨਿੰਗ ਦੇਖਣ ਤੇ ਮਾਈਨਿੰਗ ਕਿੰਨੀ ਹੋ ਰਹੀ ਹੈ ਤੇ ਕੌਣ ਕਰ ਰਿਹਾ। कैमरामैन दविंदर दा, विनय शर्मा, दैनिक सवेरा टीवी, फलौर। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਹੈ, ਤੁਰੰਤ ਸੰਪਰਕ ਕਰੋ। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।